ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਕਦੇ ਨ ਆਵੈ ਰਾਸ। ਜਿਹਾ ਜਾਣੈ ਤੇਹੋ ਵਰਤੈ, ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੈ, ਨਾਨਕ ਸਿਫਤ ਵਿਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਹੋ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 22ਵੀਂ ਪੌੜੀ ਦੀ ਵਿਚਾਰ ਜਿਹੜੀ ਉਹ ਚੱਲ ਰਹੀ ਹੈ। ਇਸ ਪੌੜੀ ਦੇ ਨਾਲ 5 ਸ਼ਲੋਕ ਨੇ, ਪੰਜੇ ਹੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਕੱਲ ਆਪਾਂ ਦੂਸਰਾ ਸ਼ਲੋਕ ਵਾਚ ਰਹੇ ਸਾਂ ਕਿ ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਭਾਵ ਕਿ ਜੋ ਤੇਰੇ ਅੰਦਰ ਹੈ ਉਹੀਓ ਹੀ ਪ੍ਰਗਟ ਹੋ ਕੇ ਸਾਹਮਣੇ ਆਵੇਗਾ। ਜੇ ਤੂੰ ਗੁੱਸੇ ਦੇ ਵਿੱਚ ਆਣ ਕੇ ਕੋਈ ਗਲਤ ਸ਼ਬਦ ਬੋਲ ਦੇਣਾ ਹੈ, ਬਾਅਦ 'ਚ ਉਹਦੀਆਂ ਦਲੀਲਾਂ ਦਈ ਫਿਰੇ, ਮਾਫੀਆਂ ਮੰਗਦਾ ਫਿਰੇ, ਸਤਿਗੁਰੂ ਕਹਿੰਦੇ ਬਾਅਦ ਦੇ ਵਿੱਚ ਵਿਅਰਥ ਹੈ। ਬਾਅਦ 'ਚ ਮਾਫੀ ਮੰਗੀ ਹੋਈ ਮਾਫੀ ਕਿਤੇ ਜਿਹੜੀ ਉਹ ਕਈ ਵਾਰੀ ਕੰਮ ਨਹੀਂ ਕਰਦੀ। ਇਹ ਆਪਾਂ ਕੱਲ੍ਹ ਸਾਂਝਾ ਕੀਤਾ ਸੀ। ਅੱਜ ਇਹਦੀ ਅਗਲੀ ਪੰਕਤੀ ਹੈ, ਥੋੜ੍ਹੀ ਜਿਹੀ ਉਹਦੀ ਵਿਚਾਰ ਸਾਂਝੀ ਕਰ ਲਈਏ। ਇੱਕ ਗੱਲ ਯਾਦ ਰੱਖਿਓ, ਜਿਹੜੀ ਸਾਡੀ ਰਸਨਾ ਹੈ ਨਾ, ਮੈਂ ਕੱਲ੍ਹ ਵੀ ਕਿਹਾ ਸੀ, ਜੋ ਹਿਰਦੇ 'ਚ ਉਹਨੇ ਉਹੀਓ ਪ੍ਰਗਟ ਕਰਨਾ ਹੈ। ਅਤੇ ਰਸਨਾ ਦੇ ਬੋਲੇ ਹੋਏ ਬੋਲ ਕਈ ਵਾਰੀ ਇਹੋ ਜਿਹੇ ਨੁਕਸਾਨ ਕਰਾ ਦਿੰਦੇ ਜਿਹੜਾ ਬੰਦਾ ਸਾਰੀ ਉਮਰ ਪੜ੍ਹਾਈ ਨਹੀਂ ਕਰ ਸਕਦਾ। ਪਿਛਲੇ ਸਮੇਂ ਦੇ ਵਿੱਚ ਮੈਂ ਉਦਾਹਰਨ ਦਿੱਤੀ ਸੀ, ਅੰਨੇ ਕਾ ਅੰਨਾ, ਜਿਹਦੇ ਕਰਕੇ ਮਹਾਂਭਾਰਤ ਹੁੰਦਾ ਹੈ। ਇਹੋ ਜਿਹੀਆਂ ਗੱਲਾਂ ਨਿਕਲ ਜਾਂਦੀਆਂ ਨੇ। ਤਾਈਓ ਸਿਆਣੇ ਕਹਿੰਦੇ ਹੁੰਦੇ ਨੇ ਕਿ ਪਹਿਲਾਂ ਤੋਲੋ ਫਿਰ ਬੋਲੋ। ਉਹਨੂੰ ਤੋਲ ਕੇ ਭਾਵ ਉਹਨੂੰ ਵਿਚਾਰ ਕੇ, ਉਹਨੂੰ ਸੋਚ ਸਮਝ ਕੇ ਬੋਲਣ ਦਾ ਯਤਨ ਕਰੋ। ਅਗਲੀ ਬੇਨਤੀ ਕਰਾਂ, ਤੁਸੀਂ ਦੇਖੋ ਸਾਨੂੰ ਪਰਮਾਤਮਾ ਨੇ 2 ਅੱਖਾਂ ਦਿੱਤੀਆਂ ਨੇ, 2 ਕੰਨ ਦਿੱਤੇ ਨੇ, 2 ਨਾਸਿਕਾਵਾਂ ਦਿੱਤੀਆਂ ਨੇ, ਪਰ ਜ਼ੁਬਾਨ ਇੱਕ ਦਿੱਤੀ ਹੈ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ, ਕਹਿਣ ਲੱਗੇ ਕਿ ਪਰਮਾਤਮਾ ਇਹ ਗੱਲ ਕਹਿੰਦੀ ਹੈ, ਤੂੰ ਵੇਖ 2 ਵਾਰ ਵੇਖ, ਤੂੰ ਸੁਣ 2 ਵਾਰ, ਦੋਵੇਂ ਪਾਸਿਓਂ ਤੂੰ ਸੁਣ। ਤੂੰ ਕਿਸੇ ਚੀਜ਼ ਦੀ ਸੁਗੰਧੀ ਦੁਰਗੰਧੀ ਲੈ ਨਾਸਿਕਾਂ ਦੇ ਰਾਹੀਂ, 2 ਵਾਰੀ ਸੁਣੀ, 2 ਵਾਰੀ ਵੇਖੀ, ਪਰ ਯਾਦ ਰੱਖੀ ਬੋਲਣ ਦੀ ਵਾਰੀ ਆਵੇ ਤੇ 1 ਵਾਰ ਬੋਲੀ। ਭਾਵ ਇਹ ਘੱਟ ਬੋਲ, ਅਤੇ ਘੱਟ ਬੋਲਣ ਦੇ ਵਿੱਚ ਇਹੋ ਜਿਹੇ ਸ਼ਬਦ ਬੋਲਦੇ ਕਿ ਕਈ ਜਿਹੜੇ ਸਮੇਂ ਤੱਕ ਤੇਰੇ ਬੋਲ ਜਿੰਦਾ ਰਹਿਣ। ਸੋ ਇਸ ਕਰਕੇ ਮੈਂ ਬੇਨਤੀ ਕਰਾਂ, ਭਾਵੇਂ ਇਹ ਕੱਲ੍ਹ ਆਪਾਂ ਜਿਹੜੀ ਸੀ ਪੰਕਤੀ ਵਾਚੀ ਸੀ ਕਿ ਜੋ ਜੀ ਹੋਏ ਸੋ ਉਗਵੈ। ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਸਾਡੇ ਹਿਰਦੇ 'ਚ ਜੋ ਟਿਕਿਆ ਹੈ ਨਾ ਉਹ ਹੀ ਨਿਕਲੇਗਾ। ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰੀਏ ਕਿ ਗੁਰੂ ਦੀ ਬਾਣੀ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ, ਚੰਗੀਆਂ ਕਿਤਾਬਾਂ ਪੜ੍ਹੀਆਂ ਜਾਣ। ਕਿਉਂਕਿ ਇਕੱਲੀ ਬਾਣੀ ਨਹੀਂ, ਮੈਂ ਕਹਿੰਦਾ ਅਸੀਂ ਜਦੋਂ ਸਮਾਜ ਦੇ ਵਿੱਚ ਵਿਚਰਨਾ ਹੈ ਤਾਂ ਸਾਨੂੰ ਆਪਣੀ ਪੜ੍ਹਾਈ ਵੀ ਵੇਖਣੀ ਪੈਣੀ ਹੈ। ਚੰਗਾ ਪੜ੍ਹਿਆ ਜਾਵੇ, ਚੰਗਾ ਗ੍ਰਹਿਣ ਕੀਤਾ ਜਾਵੇ, ਉਹ ਤੁਹਾਡੇ ਹਿਰਦੇ 'ਚ ਟਿਕੇਗਾ ਅਤੇ ਤੁਹਾਡੀ ਰਸਨਾ ਤੋਂ ਉਹ ਹੀ ਬਾਹਰ ਆਉਣਾ ਹੈ। ਅੱਗੇ ਸਤਿਗੁਰੂ ਅੱਜ ਬਖਸ਼ਿਸ਼ ਕਰਦੇ ਨੇ, ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ।
ਕਹਿਣ ਲੱਗੇ ਨਿਆਂ ਦਾ ਅਰਥ ਹੈ ਨਿਆਂ, ਇਨਸਾਫ। ਕਹਿੰਦੇ ਇਹ ਕਿੱਧਰ ਦਾ ਇਨਸਾਫ ਹੋਇਆ? ਬੀਜਦਾ ਤੂੰ ਸਾਰੀ ਉਮਰ ਜ਼ਹਿਰ ਪਿਆ ਏ, ਮੰਗਦਾ ਅੰਮ੍ਰਿਤ ਹੈ। ਜੋ ਬੀਜੇਗਾ ਵੱਢਣਾ ਉਹ ਪੈਣਾ ਹੈ। ਇਹ ਨਹੀਂ ਕਿ ਬੀਜਿਆ ਕੁਝ ਹੋਰ ਹੈ ਤੇ ਮਿਲ ਕੁਝ ਹੋਰ ਜਾਵੇਗਾ। ਆਪਾਂ ਇੱਕ ਦੋ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਲੈ ਦਈਏ। ਇੱਕ ਬਾਬਾ ਫਰੀਦ ਸਾਹਿਬ ਦਾ ਬੜਾ ਪਿਆਰਾ ਬਚਨ ਹੈ। ਕਹਿਣ ਲੱਗੇ ਫਰੀਦਾ ਲੋੜੇ ਦਾਖ ਬਜੂਰੀਆਂ, ਕਿੱਕਰ ਬੀਜੇ ਜੱਟ। ਕਿੱਕਰ ਆਪਾਂ ਸਮਝਦੇ ਹਾਂ ਤੇ ਕਹਿਣ ਲੱਗੇ ਹੁਣ ਬੀਜ ਤੂੰ ਜ਼ਮੀਨ ਦੇ ਵਿੱਚ ਕਿੱਕਰ ਦਾ ਪਾਉਣਾ ਹੈ। ਆਸ ਇਹ ਕਰਦਾ ਹੈ ਕਿ ਬਜੌਰ ਇਲਾਕੇ ਦੀਆਂ ਦਾਖਾਂ ਮੈਨੂੰ ਛੋਟੇ ਅੰਗੂਰ ਮਿਲ ਜਾਣ। ਕਹਿੰਦੇ ਭਲਿਆ ਜੇ ਦਾਖਾਂ ਖਾਣੀਆਂ ਨੇ ਤੇ ਬੀਜ ਵੀ ਦਾਖਾਂ ਦਾ ਪਾਉਣਾ ਸੀ ਨਾ। ਜੇ ਸਾਰੀ ਉਮਰ ਪਾਪ ਕਰਦਾ ਰਿਹਾ ਮੇਲਾਂ ਉਹੀਓ ਕੁਝ ਹੈ। ਫਰੀਦਾ ਲੋੜੇ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ। ਕਹਿ ਲਗੇ ਹੰਡੇ ਉਨ ਕਤਾਏ ਦਾ, ਪੈਦਾ ਲੋੜੇ ਪੱਟ ਪੱਟ। ਕਹਿੰਦੇ ਨੇ ਰੇਸ਼ਮ ਨੂੰ, ਕਹਿੰਦੇ ਕੱਤ ਦਾ ਸਾਰੀ ਉਮਰ ਤੂੰ ਸੂਤ ਰਿਹਾ ਹੈ, ਉੱਨ ਨੂੰ ਸਾਂਭਦਾ ਰਿਹਾ ਹੈ ਤੇ ਚਾਹੁੰਦਾ ਇਹ ਹੈ ਮੈਂ ਰੇਸ਼ਮ ਦੇ ਕੱਪੜੇ ਪਾਵਾਂ ਕੀਮਤੀ। ਜਿੰਨਾ ਚਿਰ ਕੋਈ ਕੀੜੇ ਜਿਹੜੇ ਰੇਸ਼ਮ ਦੇ ਨਹੀਂ ਪਾਲੇਗਾ ਉਹਨੂੰ ਰੇਸ਼ਮ ਨਹੀਂ ਮਿਲਣਾ। ਜਿਹੜਾ ਦਾਖਾਂ ਦਾ ਬੀਜ ਨਹੀਂ ਪਾਵੇਗਾ ਉਹਨੂੰ ਦਾਖਾਂ ਨਹੀਂ ਮਿਲੀਆਂ। ਜੋ ਤੁਸੀਂ ਜ਼ਮੀਨ ਦੇ ਵਿੱਚ ਪਾਓਗੇ ਬੀਜ ਉਸੇ ਦਾ ਹੀ ਤੁਹਾਨੂੰ ਪ੍ਰਾਪਤ ਹੋਵੇਗਾ, ਫਲ ਉਹੀਓ ਮਿਲਣਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹਨੂੰ ਇਉਂ ਬਿਆਨ ਕਰਦੀ ਹੈ। ਕਹਿਣ ਲੱਗੇ ਕਿ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਕਹਿੰਦੇ ਤੂੰ ਆਪਣੇ ਕਰਮਾਂ ਦੀ ਧਰਤੀ, ਹਿਰਦੇ ਦੀ ਧਰਤੀ ਦੇ ਕਰਮਾਂ ਦੇ ਬੀਜ ਵਿੱਚ ਜੋ ਬੀਜੇਗਾ ਨਾ ਤੈਨੂੰ ਉਹੀਓ ਪ੍ਰਾਪਤ ਕਰਨਾ ਪੈਣਾ ਹੈ। ਕਈ ਵਾਰੀ ਆਪਾਂ ਇਹੋ ਜਿਹੇ ਮਨੁੱਖ ਵੇਖਦੇ ਹਾਂ, ਜਦੋਂ ਮੁਸੀਬਤ ਆਉਂਦੀ ਹੈ, ਦੁੱਖ ਆਉਂਦੇ ਆ, ਫਿਰ ਅਸੀਂ ਗੁਰੂ ਘਰ ਆਉਂਦੇ ਹਾਂ। ਆਣ ਕੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਪਤਾ ਨਹੀਂ ਕਿਹੜਾ ਦੁੱਖ ਸੀ ਜਿਹੜਾ ਮੇਰੇ ਅੱਗੇ ਆ ਗਿਆ। ਪਰ ਇੱਕ ਗੱਲ ਯਾਦ ਰੱਖਿਓ, ਕਿਤੇ ਨਾ ਕਿਤੇ ਉਹ ਬੀਜ ਪਿਆ ਸੀ, ਸਮਾਂ ਪਾ ਕੇ ਪੁੰਗਰ ਪਿਆ। ਤੁਸੀਂ ਵੇਖੋ ਕਈ ਵਾਰੀ ਬੀਜ ਜਿਹੜੇ ਨੇ ਨਾ ਉਹ ਜ਼ਮੀਨ 'ਚ ਪਏ ਰਹਿੰਦੇ ਨੇ, ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ, ਪੁੰਗਾਰੇ ਦੀ ਵਾਰ ਆਉਂਦੀ ਹੈ, ਸਮਾਂ ਪਾ ਕੇ ਪੁੰਗਰ ਜਾਂਦੇ ਨੇ। ਖਾਸ ਕਰਕੇ ਪਿੰਡਾਂ ਥਾਵਾਂ 'ਤੇ ਅਸੀਂ ਜਦੋਂ ਰੂੜੀਆਂ ਦੇ ਉੱਤੇ ਸਬਜ਼ੀ ਭਾਜੀ ਕਈ ਚੀਜ਼ਾਂ ਸੁੱਟ ਦਿੱਤੀਆਂ ਜਾਂਦੀਆਂ ਨੇ, ਉਹਦਾ ਚੇਤਾ ਹੀ ਨਹੀਂ ਹੁੰਦਾ ਕਿਹੜੇ ਵੇਲੇ ਉੱਗ ਜਾਂਦੀਆਂ ਨੇ। ਮੈਨੂੰ ਯਾਦ ਹੈ ਇਹ ਅੱਜ ਤੋਂ 4-5 ਸਾਲ ਪਹਿਲਾਂ ਨਾ, ਚਲੋ ਸਾਡਾ ਘਰ ਬਾਹਰ ਵਾਰ ਰਹੇ ਪਿੰਡ ਤੋਂ, ਮਾਤਾ ਮੇਰੀ ਨੇ ਹਲਵਾ ਬਣਾਇਆ, ਉਹਦੇ ਬੀਜ ਫੜ ਕੇ ਤੇ ਰੂੜੀ 'ਤੇ ਸੁੱਟ ਦਿੱਤੇ। ਉਹ ਸੁੱਟਿਆਂ ਦਾ ਸਾਨੂੰ ਚੇਤਾ ਭੁੱਲ ਗਿਆ, ਪਤਾ ਨਹੀਂ ਸੁੱਟੇ ਕਿੱਥੇ। ਜੋ ਰੂੜੀ ਲੱਗਦੀ ਹੈ ਬਾਹਰ ਵਾਰ, ਉਹ ਸਮਾਂ ਪਾ ਕੇ ਜੀ ਉਹਦੇ ਹਲਵੇ ਦੇ ਬੀਜ ਨਿਕਲੇ। ਬਾਅਦ 'ਚ ਹਲਵੇ ਲੱਗੇ ਤੇ ਜਿੱਥੇ ਅਸੀਂ ਸਾਡੇ ਲਾਗੇ ਚਾਗੇ ਆਂਢ ਗੁਆਂਢ ਵੀ ਸਾਰਾ ਰਜਾ ਦਿੱਤਾ। ਉਹ ਪਰ ਬੀਜ ਪਿਆ ਸੀ, ਉਹ ਪੈਦਾ ਹੋ ਗਿਆ। ਜੇ ਸੁੱਟੇ ਨਾ ਹੁੰਦਾ ਤਾਂ ਉੱਗਣਾ ਕਿੱਥੋਂ ਸੀ? ਮੇਰੇ ਕਹਿਣ ਦਾ ਭਾਵ ਕਈ ਵਾਰੀ ਅਸੀਂ ਬੀਜ ਸੁੱਟ ਕੇ ਭੁੱਲ ਜਾਂਦੇ ਹਾਂ, ਪਰ ਧਰਤੀ ਕਦੀ ਨਹੀਂ ਭੁੱਲਦੀ। ਤੁਸੀਂ ਜੋ ਪਾਇਆ ਉਹਨੇ ਤੁਹਾਨੂੰ ਵਾਪਸ ਕਰਨਾ ਹੈ। ਜੇ ਕਰਮਾ ਰੂਪੀ ਧਰਤੀ ਦੇ ਵਿੱਚ ਜਿਹੜਾ ਬੀਜ ਪਾਇਆ ਹੈ ਤੁਸੀਂ ਭੁੱਲ ਸਕਦੇ ਜੇ, ਪਰਮਾਤਮਾ ਫਲ ਦੇਣਾ ਨਹੀਂ ਜੇ ਭੁੱਲਦਾ, ਪਰਮਾਤਮਾ ਉਹਦਾ ਫਲ ਜ਼ਰੂਰ ਦੇਵੇਗਾ। ਹੁਣ ਬੀਜ ਤੁਹਾਡੇ ਹੱਥ ਹੈ, ਫਲ ਪਰਮਾਤਮਾ ਦੇ ਹੱਥ ਹੈ। ਬੀਜ ਤੁਸੀਂ ਪਾਉਣਾ ਹੈ, ਉਹਦੀ ਬਖਸ਼ਿਸ਼, ਉਹਦਾ ਫਲ ਜਿਹੜਾ ਪਰਮਾਤਮਾ ਨੇ ਦੇਣਾ ਹੈ। ਤੇ ਮੈਂ ਬੇਨਤੀ ਕਰਾਂ, ਹਰ ਫਲਦਾਰ ਜਿਹੜਾ ਬੂਟਾ ਹੈ ਉਹਨੂੰ ਸਾਲ ਬਾਅਦ ਫਲ ਨਹੀਂ ਲੱਗਦੇ ਹੁੰਦੇ। ਕੁਝ ਅੰਬ ਇਹੋ ਜਿਹੇ ਹੋਣਗੇ, ਤੁਸੀਂ ਵੇਖੇ ਹੋਣਗੇ ਬੂਟੇ ਜਿਨ੍ਹਾਂ 2 ਸਾਲਾਂ ਬਾਅਦ ਫਲ ਪੈਂਦਾ ਹੈ। ਕਈ ਇਹੋ ਜਿਹੇ ਫਲਦਾਰ ਬੂਟੇ ਨੇ ਜਿਨ੍ਹਾਂ ਨੂੰ ਕਈ ਸਾਲਾਂ ਬਾਅਦ ਜਾ ਕੇ ਫਲ ਪੈਂਦਾ ਹੈ। ਜੇ ਤੇਰੇ ਤੇ ਅੱਜ ਸੁੱਖ ਨੇ, ਕਿਤੇ ਨਾ ਕਿਤੇ ਤੂੰ ਚੰਗੇ ਕਰਮ ਕੀਤੇ ਨੇ। ਜੇ ਅੱਜ ਦੁੱਖ ਆਏ ਨੇ, ਕਿਤੇ ਨਾ ਕਿਤੇ ਤੂੰ ਜਿਹੜਾ ਬੀਜ ਹੈ ਉਹ ਦੁੱਖ ਦਾ ਪਾਇਆ ਹੋਇਆ ਹੈ, ਤੂੰ ਭੁੱਲ ਗਿਆ ਸਾ, ਪਰ ਅੱਜ ਉਹ ਤੈਨੂੰ ਵੱਢਣਾ ਪੈ ਰਿਹਾ ਹੈ। ਇਹਨੂੰ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ, ਕਹਿਣ ਲੱਗੇ ਦੱਦਾ ਦੋਸ਼ ਨਾ ਦੇਊ ਕਿਸੇ। ਹੁਣ ਦੁੱਖ ਆ ਰਿਹਾ ਜਾਂ ਸੁੱਖ ਆ ਰਿਹਾ ਹੈ, ਸੁੱਖ ਦੀ ਵਡਿਆਈ ਨਹੀਂ ਤੂੰ ਕਿਸੇ ਨੂੰ ਦੇ ਸਕਦਾ, ਤੇ ਯਾਦ ਰੱਖੀ ਦੁੱਖ ਦਾ ਮਿਹਣਾ ਨਹੀਂ ਕਿਸੇ ਨੂੰ ਦੇ ਸਕਦਾ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੇ ਦੂਸਰਿਆਂ ਨੂੰ ਦੋਸ਼ ਨਾ ਦੇ, ਜੋ ਤੂੰ ਕੀਤਾ ਹੈ ਉਹ ਤੈਨੂੰ ਵੱਢਣਾ ਪਵੇਗਾ। ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਬੀਜੇ ਬਿਖ, ਬਿਖ ਦਾ ਅਰਥ ਹੈ ਜ਼ਹਿਰ, ਭਾਵ ਅਰਥ ਕਰਾਂਗੇ ਮਾੜੇ ਕਰਮ। ਸਾਰੀ ਉਮਰ ਤੇ ਕਮਾਈ ਘਰ 'ਚ ਪਾਪਾਂ ਦੀ ਲਿਆਉਂਦਾ ਰਿਹਾ, ਸਾਰੀ ਉਮਰ ਜਿਹੜਾ ਹੈ ਲੋਕਾਂ ਦੀ ਰਿਸ਼ਵਤ ਮਾਰ ਮਾਰ ਕੇ ਖਾਂਦਾ ਰਿਹਾ। ਅੱਜ ਔਲਾਦ ਨਸ਼ਿਆਂ 'ਤੇ ਲੱਗ ਗਈ ਹੈ। ਕਹਿੰਦਾ ਪਤਾ ਨਹੀਂ ਕਿਹੜੇ ਜਿਹੜੇ ਨੇ ਉਹ ਸਾਹਮਣੇ ਬੀਜ ਆ ਗਏ। ਜੋ ਤੂੰ ਖਵਾਇਆ ਸੀ ਉਹ ਪੁੰਗਰ ਪਿਆ। ਜਿਹੜਾ ਤੇਰੀ ਜ਼ਿੰਦਗੀ ਦੇ ਵਿੱਚ ਨਾ ਉਹ ਸਾਹਮਣੇ ਆਉਂਦਾ ਹੈ ਸਾਡੇ। ਕਹਿਣ ਲੱਗੇ ਬੀਜੇ ਬਿਖ ਮੰਗੈ ਅੰਮ੍ਰਿਤ। ਹੁਣ ਕਈ ਲੋਕ ਇਹੋ ਜਿਹੇ ਹੁੰਦੇ ਨੇ ਕਿ ਸਾਰੀ ਜਹਾਨ ਦੀ ਰਿਸ਼ਵਤ ਮਾਰ ਕੇ ਆਣ ਕੇ ਗੁਰੂ ਘਰਾਂ 'ਚ ਅਖੰਡ ਪਾਠ ਕਰਾਉਣਗੇ, ਸੁਖਮਨੀ ਸਾਹਿਬ ਕਰਾਉਣਗੇ। ਇਹਦਾ ਅਰਥ ਨਹੀਂ ਮੈਂ ਭੰਡ ਰਿਹਾ ਹੈ, ਪਰ ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਸਾਡੇ ਜਿਹੜਾ ਇਹ ਬੇਹੱਕੀ ਕਮਾਈ ਦਾ ਕਰਾਇਆ ਹੋਇਆ ਪਾਠ ਵੀ ਫਲੀ ਭੂਤ ਨਹੀਂ ਜੇ ਹੋਣਾ। ਉਹ ਪ੍ਰਮਾਤਮਾ ਇਹ ਚੀਜ਼ਾਂ ਨੂੰ ਪ੍ਰਵਾਨ ਕਰੇਗਾ। ਇੱਕ ਪਿਓ ਨੂੰ ਤੁਸੀਂ ਦੂਜੇ ਆਪਣੇ ਭਰਾ ਦੀ ਜੇਬ ਕੱਟ ਕੇ ਉਹਨੂੰ ਕੋਈ ਚੀਜ਼ ਲਿਆ ਕੇ ਦਿੰਦੇ, ਪਿਓ ਖੁਸ਼ ਹੋਵੇਗਾ?
ਇਹ ਕਿੱਥੋਂ ਦਾ ਇਨਸਾਫ ਹੈ ਸਾਡਾ? ਪਿਓ ਆਖੇਗਾ ਮੇਰੇ ਵਾਸਤੇ ਬੱਚੇ ਇੱਕੋ ਜਿਹੇ ਨੇ, ਇੱਕ ਬੱਚਾ ਗਰੀਬ ਹੈ, ਇੱਕ ਅਮੀਰ ਹੈ। ਅਸੀਂ ਆਪਣੇ ਭਰਾ ਦੀ ਜੇਬ ਕੱਟ ਕੇ ਪਿਓ ਨੂੰ ਖੁਸ਼ ਕਰਨ ਨੂੰ ਫਿਰਦੇ ਹਾਂ। ਅਸੀਂ ਗਰੀਬਾਂ ਦਾ ਹੱਕ ਮਾਰ ਕੇ ਤੇ ਲੰਗਰ ਲਾਉਣੇ ਫਿਰਦੇ ਹਾਂ, ਗਰੀਬਾਂ ਦਾ ਹੱਕ ਮਾਰ ਕੇ ਕੰਬਲ ਵੰਡਦੇ ਫਿਰਦੇ ਹਾਂ, ਗਰੀਬਾਂ ਦਾ ਹੱਕ ਮਾਰ ਕੇ ਤੇ ਲੋਕਾਂ 'ਚ ਵੰਡਦੇ ਫਿਰਦੇ ਹਾਂ। ਯਾਦ ਰੱਖਿਓ, ਇਹ ਪਰਮਾਤਮਾ ਦੇ ਦਰ ਤੇ ਪ੍ਰਵਾਹ ਨਹੀਂ। ਜੋ ਤੂੰ ਬੀਜੇਂਗਾ, ਸਤਿਗੁਰੂ ਕਹਿਣਗੇ ਬੀਜੀ ਸਾਰੀ ਉਮਰ ਜ਼ਹਿਰ, ਹੁਣ ਮੰਗਦਾ ਅੰਮ੍ਰਿਤ। ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਮਿਲ ਜਾਣਾ। ਤੇ ਮੈਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ, ਸੁੱਖ ਕਿੱਥੋਂ ਮਿਲਣਾ? ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ, ਕਹਿਣਗੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਜੇ ਤੈਨੂੰ ਸੁੱਖ ਚਾਹੀਦੇ ਨਾ ਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਪਰਮਾਤਮਾ ਦੇ ਚਰਨਾਂ 'ਚ ਆ ਜਾ, ਕਿਉਂਕਿ ਪਰਮਾਤਮਾ ਕਦੀ ਮਾੜਾ ਬੀਜ ਨਹੀਂ ਤੈਨੂੰ ਪਾਉਣ ਦਿੰਦਾ। ਪਰਮਾਤਮਾ ਨਾ ਉਹ ਕਦੀ ਗਲਤ ਬੀਜ ਨਹੀਂ ਬੀਜਣ ਦੇਵੇਗਾ। ਜੇ ਤੇਰੇ ਕੋਲ ਭੁੱਲ ਚੁੱਕੇ ਗਲਤੀ ਦੇ ਨਾਲ ਉਹ ਬੀਜ ਬੀਜਿਆ ਵੀ ਜਾਂਦਾ ਹੈ ਤੇ ਪਰਮਾਤਮਾ ਉਹ ਬੀਜ ਨੂੰ ਖਿੱਚ ਕੇ ਤੇ ਤੈਨੂੰ ਵੀ ਜਿਹੜਾ ਬਚਾ ਲੈਂਦਾ ਤੇ ਬੀਜ ਵੀ ਨਸ਼ਟ ਕਰ ਦਿੰਦਾ। ਮੈਂ ਇੱਕ ਉਦਾਹਰਨ ਦੇ ਦੇਣਾ, ਭਾਈ ਜੋਗਾ ਦੀ ਘਰ ਲਾਵਾਂ ਹੁੰਦੀਆਂ ਛੱਡ ਕੇ ਆਇਆ ਭਾਈ ਜੋਗਾ। ਮੈਂ ਸਾਖੀ ਵੱਲ ਨਹੀਂ ਜਾਣਾ, ਕੇਵਲ ਸੰਕੇਤ। ਲਾਵਾਂ ਛੱਡ ਕੇ ਆਇਆ, ਰਸਤੇ ਵਿੱਚ ਵੇਸ਼ਵਾ ਦਾ ਦੁਆਰਾ ਹੈ, ਉੱਥੇ ਉਹਦਾ ਮਨ ਬਦਲ ਗਿਆ, ਵੇਸ਼ਵਾ ਦੇ ਦੁਆਰੇ ਤੇ ਖਲੋਤਾ ਰਿਹਾ। ਗੁਰੂ ਨੂੰ ਪਤਾ ਸੀ ਇਹ ਮੇਰੇ ਚਰਨਾਂ ਦੇ ਵਿੱਚ ਟਿਕ ਚੁੱਕਾ ਹੈ, ਬੀਜ ਅੱਜ ਗਲਤ ਜੇ ਪਾ ਦਿੱਤਾ ਇਹਨੂੰ ਵੱਢਣਾ ਪੈਣਾ ਨੇ। ਗੁਰੂ ਨੇ ਬੀਜ ਹੀ ਫੜ ਕੇ ਨਸ਼ਟ ਕਰ ਦਿੱਤਾ। ਉਹ ਉਸ ਪਾਸੇ ਗਿਆ ਹੀ ਨਹੀਂ। ਗੁਰੂ ਸਾਹਿਬ ਉੱਥੇ ਚਲੋ ਸਾਖੀ ਕਰ ਕਹਿੰਦੇ ਨੇ ਪਹਿਰਾ ਦਿੰਦੇ ਰਹੇ। ਯਾਦ ਰੱਖਿਓ, ਜੇ ਤੂੰ ਗੁਰੂ ਦੇ ਚਰਨਾਂ 'ਚ ਜੁੜ ਜਾਏਂਗਾ ਨਾ, ਗੁਰੂ ਗਲਤ ਬੀਜ ਪਾਉਣ ਹੀ ਨਹੀਂ ਦਿੰਦਾ। ਪਰਮਾਤਮਾ ਜਿਹੜਾ ਹੈ ਉਸ ਬੀਜ ਨੂੰ ਨਸ਼ਟ ਕਰ ਦਿੰਦਾ। ਕਈ ਇਹੋ ਜਿਹੇ ਸਾਡੇ ਬੀਜ ਹੁੰਦੇ ਨੇ ਜਿੱਥੇ ਰੂੜੀ ਜ਼ਿਆਦਾ ਪੈ ਜਾਏ ਨਾ, ਉਹ ਬੀਜ ਵੀ ਖਰਾਬ ਹੋ ਜਾਂਦਾ, ਨਸ਼ਟ ਹੋ ਜਾਂਦਾ, ਸੜ ਜਾਂਦਾ ਹੈ। ਯਾਦ ਰੱਖਿਓ, ਤੁਹਾਡੇ ਸਿਮਰਨ ਦੇ ਵਿੱਚ ਤਾਕਤ ਹੋਈ, ਬਾਣੀ ਦੇ ਵਿੱਚ ਤਾਕਤ ਹੋਈ ਨਾ, ਮਾੜਾ ਬੀਜ ਉੱਥੇ ਹੀ ਨਾਸ ਹੋ ਜਾਏਗਾ, ਉਹ ਉੱਗੇਗਾ ਹੀ ਨਹੀਂ। ਸਤਿਗੁਰੂ ਕਹਿ ਲਗੇ ਬੀਜੇ ਬਿਖ ਤੂੰ ਸਾਰੀ ਉਮਰ ਜ਼ਹਿਰ ਬੀਜਦਾ ਰਿਹਾ, ਮੰਗੈ ਅੰਮ੍ਰਿਤ ਤੇ ਮੰਗਦਾ ਅੰਮ੍ਰਿਤ ਰਿਹਾ ਹੈ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਸੁੱਖ ਮਿਲਣ, ਮੇਰੀ ਜ਼ਿੰਦਗੀ ਜਿਹੜੀ ਕਾਮਯਾਬ ਸਫਲਤਾ ਹੀ ਮਿਲੇ। ਵੇਖੋ ਇਹ ਨਿਆਓ, ਸਤਿਗੁਰੂ ਕਹਿੰਦੇ ਇਹ ਕਿੱਥੋਂ ਦਾ ਇਨਸਾਫ ਹੈ? ਯਾਦ ਰੱਖੀ, ਮਿਲਣਾ ਉਹ ਹੈ ਜੋ ਤੂੰ ਬੀਜਿਆ ਹੋਇਆ ਹੈ। ਅਗਲਾ ਸ਼ਲੋਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਮਹੱਲਾ ਦੂਜਾ। ਕਹਿ ਲਗੇ ਨਾਲ ਇਆਣੇ ਦੋਸਤੀ ਕਦੇ ਨਾ ਆਵੈ ਰਾਸ। ਇਆਣੇ ਦਾ ਅਰਥ ਹੈ ਅਣਜਾਣ, ਅਰਥ ਕਰਾਂਗੇ ਬੱਚਾ ਬਾਲ, ਭਾਵ ਅਰਥ ਕਰਾਂਗੇ ਅਣਜਾਣ ਮਨ। ਇਹਦੇ ਦੋ ਅਰਥ ਹੋਣਗੇ ਜੀ, ਆਪਾਂ ਦੋਵੇਂ ਸਾਂਝੇ ਕਰਾਂਗੇ। ਸਤਿਗੁਰੂ ਕਹਿੰਦੇ ਇੱਕ ਮਨੁੱਖ ਜਿਹੜਾ ਹੈ ਬੱਚੇ ਦੇ ਨਾਲ ਮਿੱਤਰਤਾ ਕਰ ਲੈਂਦਾ ਹੈ ਤੇ ਉਮਰ ਦਾ ਜੇ ਆਪਸ ਵਿੱਚ ਤੋਲ ਤੁਕਾਂਤ ਨਹੀਂ, ਮੇਲ ਜੋਲ ਨਹੀਂ ਹੈਗਾ ਤੇ ਉਹ ਦੋਸਤੀ ਨਿਭੇਗੀ ਨਹੀਂ। ਨਾਲ ਇਆਣੇ ਦੋਸਤੀ, ਅਣਜਾਣ ਮਨੁੱਖ ਦੇ ਨਾਲ ਲਾਈ ਹੋਈ ਮਿੱਤਰਤਾ ਕਦੇ ਨਹੀਂ ਨਿਭਦੀ। ਕਦੇ ਨਾ ਆਵੈ ਰਾਸ। ਰਾਸ ਦਾ ਅਰਥ ਹੈ ਕਾਮਯਾਬੀ, ਫਲੀਭੂਤ ਹੋਣਾ, ਸੂਤਰ ਬੈਠਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸਤਿਗੁਰੂ ਕਹਿਣਗੇ ਉਹ ਕਦੀ ਵੀ ਜਿਹੜੀ ਹੈ ਉਹ ਦੋਸਤੀ ਸੈੱਟ ਨਹੀਂ ਬੈਠੇਗੀ। ਜਿਹਾ ਜਾਣੈ ਉਹਦਾ ਇੱਕ ਕਾਰਨ ਹੈ। ਅੱਜ ਵੇਖੋ ਕਿ ਮਨੁੱਖ ਕਈ ਵਾਰੀ ਕਹਿੰਦਾ ਕਿ ਇਹ ਦੋਸਤੀ ਕਿਉਂ ਨਹੀਂ ਫਿੱਟ ਬੈਠਦੀ। ਕਹਿਣਗੇ ਉਹ ਜਿਹਾ ਜਾਣੈ। ਹੁਣ ਇੱਕ ਬੱਚਾ ਹੈ 5-7 ਸਾਲ 10 ਸਾਲ ਦਾ ਹੈ, ਇੱਕ ਬਜ਼ੁਰਗ ਹੈ 50-60 ਸਾਲ ਦਾ ਹੈ। ਰਿਸ਼ਤਾ ਹੋ ਸਕਦਾ ਹੈ, ਦੋਸਤੀ ਨਹੀਂ ਹੋ ਸਕਦੀ। ਰਿਸ਼ਤਾ ਹੋ ਸਕਦਾ ਇਹ ਦਾਦਾ ਪੋਤਾ ਵੀ ਹੋ ਸਕਦੇ ਨੇ, ਰਿਸ਼ਤਾ ਹੋ ਸਕਦਾ ਕੋਈ ਟੀਚਰ ਦਾ ਤੇ ਸਟੂਡੈਂਟ ਦਾ ਰਿਸ਼ਤਾ ਵੀ ਹੋ ਸਕਦਾ, ਕਈ ਤਰ੍ਹਾਂ ਦੇ ਦੁਨਿਆਵੀ ਰਿਸ਼ਤੇ ਹੋ ਸਕਦੇ ਨੇ, ਪਰ ਦੋਸਤੀ ਨਹੀਂ ਹੋ ਸਕਦੀ। ਜਦੋਂ ਵੀ ਦੋਸਤੀ ਹੋਵੇਗੀ, ਦੋਸਤੀ ਬਰਾਬਰ ਦੇ ਤਲ ਦੇ ਉੱਤੇ ਜਾ ਕੇ ਹੁੰਦੀ ਹੈ। ਇੱਕ ਸਾਡੇ ਸਿਆਣੇ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ, ਹਾਨ ਨੂੰ ਹਾਨ ਪਿਆਰਾ ਹੁੰਦਾ ਹੈ। ਬੱਚੇ ਦੀ ਦੋਸਤੀ ਬੱਚੇ ਦੇ ਨਾਲ ਹੈ, ਜਵਾਨ ਦੀ ਦੋਸਤੀ ਜਵਾਨ ਦੇ ਨਾਲ ਹੈ, ਬਜ਼ੁਰਗ ਦੀ ਦੋਸਤੀ ਬਜ਼ੁਰਗ ਦੇ ਨਾਲ ਹੈ। ਤੁਹਾਨੂੰ ਮੈਂ ਇੱਕ ਦੋ ਉਦਾਹਰਨਾਂ ਦੇ ਦਿੰਦਾ। ਬੱਚਾ ਖੇਡਦਾ ਹੋਵੇ ਨਾ, ਸਾਨੂੰ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈ, ਪਰ ਇੱਕ ਗੱਲ ਯਾਦ ਰੱਖਿਓ, ਬੱਚੇ ਦੇ ਨਾਲ ਤੁਸੀਂ ਕੁਝ ਘੜੀਆਂ ਖੇਡ ਸਕਦੇ ਜੇ। ਜਦੋਂ ਲਗਾਤਾਰ ਬੱਚਾ ਤੰਗ ਕਰੀ ਜਾਵੇ ਫਿਰ ਮਾਂ-ਬਾਪ ਵੀ ਅੱਕ ਕੇ ਕਹਿ ਦਿੰਦਾ ਤੂੰ ਚੁੱਪ ਕਰਕੇ ਬੈਠਦਾ ਨਹੀਂ ਕਿ ਨਹੀਂ ਬੈਠਦਾ। ਉਹਦਾ ਭਾਵ ਕਿ ਬੱਚੇ ਦਾ ਬੌਧਿਕ ਤਲ ਆਪਣਾ ਹੈ, ਜਵਾਨ ਦਾ ਇੱਕ ਬੌਧਿਕ ਤਲ ਆਪਣਾ ਹੈ। ਇੱਕ ਜਵਾਨ ਤੇ ਬਜ਼ੁਰਗ ਉਹਨਾਂ ਦਾ ਤਾਲਮੇਲ ਨਹੀਂ ਹੁੰਦਾ। ਬਜ਼ੁਰਗ ਨੇ ਹੁਣ ਉਮਰ ਹੰਢਾਈ ਹੈ ਤੇ ਨੌਜਵਾਨ ਜਿਹੜਾ ਉਹ ਆਉਣ ਵਾਲੇ ਜਿਹੜਾ ਪ੍ਰੈਜ਼ੈਂਟ ਸਮੇਂ ਦੇ ਵਿੱਚ ਵਿਚਰਦਾ ਪਿਆ ਹੈ, ਬਜ਼ੁਰਗ ਉਹਨੂੰ ਦਲੀਲਾਂ ਦਿੰਦਾ ਪਿਆ, ਜਵਾਨ ਕਹਿੰਦਾ ਮੈਂ ਤੇਰੀਆਂ ਦਲੀਲਾਂ ਨੂੰ ਕੀ ਜਾਣਦਾ। ਉਹਨਾਂ ਦੀ ਵੀ ਦੋਸਤੀ ਫਿੱਟ ਨਹੀਂ ਬੈਠਦੀ, ਨਾ ਬੱਚੇ ਦੀ ਜਵਾਨ ਦੇ ਨਾਲ, ਨਾ ਜਵਾਨ ਦੀ ਬਜ਼ੁਰਗ ਦੇ ਨਾਲ। ਜਿੱਥੇ ਬਰਾਬਰਤਾਈ ਆਉਂਦੀ ਹੈ ਨਾ, ਦੋਸਤੀ ਉੱਥੇ ਨਿਭਦੀ ਹੈ। ਯਾਦ ਰੱਖਿਓ, ਇੱਕ ਬੱਚਾ ਜਿਹੜਾ ਹੈ ਉਹ ਬੱਚਿਆਂ ਦੇ ਨਾਲ ਖੇਡਦਾ ਰਹੇਗਾ। ਤੁਸੀਂ ਦੇਖੋ ਦੋ ਬੱਚੇ ਗਲੀ ਦੇ ਵਿੱਚ 2-4 ਬੱਚੇ ਨੇ ਆਪਸ ਵਿੱਚ ਖੇਡਦੇ ਰਹਿਣ, ਸਾਰੀ ਦਿਹਾੜੀ ਖੇਡਦੇ ਰਹਿਣ, ਤੇ ਤੁਸੀਂ ਕਦੀ ਬੱਚੇ ਨਾਲ ਖੇਡੋ, ਕਿੰਨਾ ਚਿਰ ਖੇਡ ਲੋਗੇ? 5 ਮਿੰਟ ਖੇਡ ਲੋਗੇ, 10 ਮਿੰਟ, ਅੱਧਾ ਪੌਣਾ ਘੰਟਾ ਖੇਡ ਲੋਗੇ। ਫੜ ਕੇ ਮਾਂ ਵੀ ਬੱਚੇ ਨੂੰ ਸਾਈਡ ਤੇ ਕਰ ਦਿੰਦੀ, ਪੁੱਤ ਤੂੰ ਸੌਂ ਜਾ, ਮੈਂ ਕੋਈ ਨਾ ਕੋਈ ਕੰਮ ਕਰ ਲਵਾਂ, ਕਿਉਂਕਿ ਉਹਨਾਂ ਦੀ ਦੋਸਤੀ ਮਿੱਤਰਤਾ ਨਹੀਂ ਨਿਭਦੀ। ਇਸੇ ਤਰੀਕੇ ਦੇ ਨਾਲ ਜਵਾਨ ਦੀ ਜਵਾਨ ਦੇ ਨਾਲ, ਬਜ਼ੁਰਗ ਦੀ ਬਜ਼ੁਰਗ ਦੇ ਨਾਲ ਹੈ।
इत्थे भाव अर्थ करांगे जिहड़ा अनजान मनुख है, जिहड़ा अगियानी है, उहदी गुरमुख दे नाल दोस्ती नहीं निभ सकदी। एक मनमुख मनुख अपनियां मन दियां मनाउंदा फिरदा है, एक गुरमुख मनुख जिहड़ा गुरु दे सिद्धांत ते पिया चलदा है, जिन्हों गुरु अमरदास महाराज जी कहिंदे ने, कहन लगे कि भलिया भगतां की चाल निराली। उन्हां दी चाल वखरी है, तेरी उन्हां नाल फिट नहीं बैठनी। भगतां की चाल निराली, चाल निराली, भगतां केरी बिखम मार्ग चलना। उन्हां दा मार्ग ही बड़ा वखरा है। की करदे ने वो? लभ लोभ अहंकार तज तृष्णा बहुत ना ही बोलना। वो इन्हां चीज़ां नूं छड्डदे ने ते मनमुख मनुख इन्हां चीज़ां नूं फड़दा पिया है। मनमुख कहिंदा कि इधरों भी चार पैसे आ जाना, इधरों भी चार पैसे आ जाण, लभ करदा, लोभ करदा, लालच करदा है, पदवी मिल जाती तो हंकार करदा, रब दा प्यारा सारा कुछ छड्डदा पिया है। बराबरता नहीं ना बैठ सकदी। जदों साडा बौद्धिक तल रलदा ना होवे उत्थे कदी भी दोस्ती नहीं निभदी। वैसे दोस्ती दे अखरी अर्थ हुंदे दो सत, जिथे दो सच्चाइयां रल जाण उन्होंने दोस्ती कहा जाता है। जिथे एक पासे झूठ धोखा ठगी फरेब होवे, दूजे पासे सच होवे, वो दोस्ती कदी नहीं निभदी। हुण एक पासे कुदरत का सुभाव है, तुसी देखो लकड़ दे नाल फिट हो जाएगी, लकड़ दे विच लोहा कदी नहीं फिट हुंदा। अग दे नाल समा जाएगी, अग दे विच पानी नहीं समा सकदा। ये विरोधी ने। तेल दे विच रल सकदा है, पानी दे विच रल सकदा, पर तेल ते पानी आपस च नहीं रल सकदे। ये कुदरत के बनाए कुछ नियम ने जिन्हां दी बराबरता नहीं, वो आपस च नहीं मिल सकते। तुसी तेल पानी नूं रलाउण दा यतन करो, तेल वखरा नज़र आवेगा। तुसी मनमुख मनुख ते गुरमुख नूं जिन्ना मर्जी नाल जोड़न दा यतन करो। हाँ, असीं खिच धू के 2-4 दिन, हफ्ता 10 दिन ये जिहड़ी दोस्ती कड्ढण दा यतन करिए, माफ़ करना, ये बहुता समा नहीं चलदी, आखिर नूं एक दिन टुट जांदी। दोवां दा सुभाव है। ये इत्थे एक गल याद रखियो, ये नहीं आपां कह सकदे कि गुरमुख का सुभाव है या मन, नहीं, दोवां दा आपो अपना सुभाव है। जिहड़ा रूटीन अपनी बनी असीं वो निजी नहीं छड्ड सकदे। इहनूं मनोविग्यान कहिंदा है, जो तेरा सुभाव पै चुका है उन्होंने बदलना, तब्दील करना बड़ा औखा है। एक गल याद रखियो, अमृत बाणी दे विच ना भगत कबीर साहब का बचन है, कहन लगे जे तुहानूं साकत मनुख मिल जावे ना, तो एक कुत्ते दे कन्न दे विच वेद पढ़ने ते एक जिहड़ा है साकत मनुख नूं रब की गल सुनाउणी, दोवें एक ही बराबर दीयां गल्लां ने। कुत्ते दे कंन च जिहड़े वेद पढ़ दो उत्ते कोई असर नहीं होना। साकत मनुख नूं जिन्ना मर्जी तुसीं धर्म की गल समझा दो, उहदे ते भी कोई असर नहीं होना। असीं कई वारी देखते हैं तो साकत मनुख जिहड़ा मनमुख उहनूं जिन्नी मर्जी धर्म की गल सुना दो, अगला सुन सन के 1 मिनट दे विच खत्म करदा, छड्डो जी असीं उन्हां धर्मियां तो कई गुणा उदां ही चंगे हैं। साकत मनुख की जिहड़ी है गुरमुख दे नाल कदी दोस्ती नहीं निभ सकदी। उहदा कारण सतगुरु अज दस रहे ने, अगे कहन लगे नाल आणे दोस्ती कदे न आवै रास, क्यों? क्योंकि जिहा जाणै तेहो वरतै। हुण एक बच्चा जिद्दां दी गल जानदा उन्हें उदां ही वरतना है। उहदी समझ अपना अपना तल है ना, बौद्धिक तल, वो जिन्ना क जानदा वो अपनी समझ मुताबक उन्ना ही वरतेगा। वेखो को निर्जास, निर्जास का अर्थ है निर्णा करके। सतगुरु कहते निर्णा करके, तसल्ली करके वेख लो, एक अनजान मनुख की जानकार दे नाल कदी भी नहीं निभ सकती। मैं पिछले समय उदाहरण दी सी, एक डड्डू जिहड़ा है खूह दे विच रहिंदा है, एक डड्डू बाहर छप्पड़ां दे विच जां दरियावां दे विच रहिंदा है। बाहर रहिंदा होया डड्डू एक बार खूह च डिग पिया। खूह दे डड्डू नूं आण के वेख के कहंदा तू तो छोटे जे थां दे उत्ते रह रहा, बाहर तो दुनिया बड़ी वड्डी है। हुण जिहड़ा बाहर घुम्मिया सी उहने तो वेखिया सी। खूह दा डड्डू कहंदा भलिया किन्नी क वड्डी दुनिया, उहने छोटी जी टपूसी मारी, कहंदा इन्नी क दुनिया, कहंदा नहीं। उहने एक होर मारी, कहंदा एडी क दुनिया, कहंदा नहीं। उहने 2-4 टपूसियां मारियां, अगे खूह दा दायरा आ गया, कहंदा इन्नी दुनिया वड्डी है, कहंदा नहीं, कहंदा तू झूठ बोलदा, तो अगे तो दुनिया कोई नहीं हैगी। हुण दोवें अपनी जगह सही ने, क्योंकि डड्डू ने बाहर की दुनिया नहीं वेखी, उन्होंने दुनिया के विस्तार का नहीं पता। जिन्हें बाहर की दुनिया वेखी है वो डड्डू नूं समझा नहीं सकता, क्योंकि उहदे पल्ले ज्ञान कोई नहीं है। सतगुरु इत्थे समझा रहे हैं, कह लगे जिहा जाने, वो जिद्दां दा जानदा है ना तेहो वरतै। वेखो को निर्जास, ये आप इउं भी फिट कर सकते, एक पढ़िया लिखिया ते अनपढ़, उन्होंने तुसीं अनपढ़ मनुख नूं जिन्ना मर्जी समझा दिओ ते पढ़े लिखे की वो कभी बराबरी नहीं कर सकता। इनू ईरखा वाल ना खड़े, क्योंकि मैनू अपने आप से मैं गल लावां, अज चलो साडे घरां च साडीआं धीआं भैणां साडे भैण भरा कंप्यूटर वरतदे ने, लैपटॉप ने। एक मनुख वो है जिहड़ा लैपटॉप ते सारी दिहाड़ी काम करदा रहिंदा, बिजनेस करदा है, लखां रुपइयां दा वपार पिया करदा, नौकरी है उहदी। एक साडे वर्गे अनजान मनुख ते अजे वो की कर लेगा कंप्यूटर दे विच। मैं जो लैपटॉप के अगे बैठदा कंप्यूटर ते वध तो वध गेम खेड लई,
ਜਾਂ ਕੁਛ ਮਾੜਾ ਮੋਟਾ ਹੋਰ ਕਰ ਲਿਆ, ਸਾਡੇ ਵਾਸਤੇ ਉਹ ਕੁਛ ਨਹੀਂ ਹੈ। ਪਰ ਜਿਹੜਾ ਜਾਣਕਾਰ ਹੈ ਉਹਦੇ ਵਾਸਤੇ ਸਾਰਾ ਕੁਝ ਹੀ। ਕੰਪਿਊਟਰ ਲੈਪਟਾਪ ਤੋਂ ਬਿਨਾਂ ਉਹਦੀ ਜ਼ਿੰਦਗੀ ਨਹੀਂ ਚੱਲਦੀ, ਉਹਦਾ ਕਾਰੋਬਾਰ ਨਹੀਂ ਪਿਆ ਚੱਲਦਾ। ਗਿਆਨ ਹੈ ਨਾ, ਆਪੋ ਆਪਣਾ ਗਿਆਨ ਆ ਗਿਆ। ਸਤਿਗੁਰੂ ਕਹਿ ਲਗੇ ਜਿਹਾ ਜਾਣੈ ਤਿਹੋ ਵਰਤੇ। ਉਹ ਜਿੱਦਾਂ ਦਾ ਜਾਣਦਾ ਹੈ ਉੱਦਾਂ ਦਾ ਹੀ ਉਹਦੇ ਨਾਲ ਵਰਤਦਾ ਹੈ। ਵੇਖੋ ਕੋ ਨਿਰਜਾਸ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਨਾਲ ਇਆਣੇ ਦੋਸਤੀ, ਅਣਜਾਣ ਮਨੁੱਖ ਦੇ ਨਾਲ ਦੋਸਤੀ, ਮਨਮੁਖ ਦੇ ਨਾਲ ਜਿਹੜੀ ਮਿੱਤਰਤਾ ਜਿਹੜੀ ਹੈ ਕਦੇ ਨਾ ਆਵੇ ਰਾਸ, ਕਦੀ ਕਾਮਯਾਬੀ ਨਹੀਂ ਹੁੰਦੀ। ਜਿਹਾ ਜਾਣੈ ਤਿਹੋ ਵਰਤੇ ਵੇਖੋ ਕੋ ਨਿਰਜਾਸ। ਅੱਗੇ ਸਤਿਗੁਰੂ ਉਦਾਹਰਨ ਦਿੰਦੇ ਕਹਿਣ ਲੱਗੇ ਵਸਤੂ ਅੰਦਰ ਵਸਤ ਸਮਾਵੇ। ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਇੱਕ ਔਂਕੜ ਦਾ ਫਰਕ ਹੈ ਜੀ। ਪਹਿਲਾ ਹੈ ਵਸਤੂ, ਦੂਜਾ ਸ਼ਬਦ ਹੈ ਵਸਤ। ਇੱਕ ਨੂੰ ਦੁਲੈਂਕੜ ਨੇ, ਇੱਕ ਨੂੰ ਔਂਕੜ ਹੈ। ਇਹਦਾ ਧਿਆਨ ਰੱਖਣਾ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਕਹਿਣ ਲੱਗੇ ਇੱਕ ਭਾਂਡੇ ਦੇ ਵਿੱਚ ਕੋਈ ਚੀਜ਼ ਪਈ ਹੋਈ ਹੈ, ਕੋਈ ਪਦਾਰਥ ਵਸਤੂ ਪਈ ਹੈ, ਜਿੰਨਾ ਚਿਰ ਤੁਸੀਂ ਭਾਂਡਾ ਖਾਲੀ ਨਹੀਂ ਕਰਦੇ ਉਹਦੇ ਵਿੱਚ ਦੂਸਰੀ ਵਸਤੂ ਨਹੀਂ ਟਿਕ ਸਕਦੀ। ਇਹਦਾ ਭਾਵ ਇਹ ਹੈ ਜਿਸ ਮਨ ਦੇ ਵਿੱਚ ਕੂੜ ਕਬਾੜ ਭਰਿਆ ਹੋਇਆ ਹੈ, ਜਿਸ ਮਨ ਦੇ ਵਿੱਚ ਮੂਰਖਤਾ ਭਰੀ ਹੋਈ ਹੈ, ਜਿਸ ਮਨ ਦੇ ਵਿੱਚ ਜਿਹੜਾ ਹੈ ਵਿਕਾਰ ਭਰੇ ਹੋਏ ਨੇ, ਉੱਥੇ ਪਰਮਾਤਮਾ ਦਾ ਨਾਮ ਨਹੀਂ ਟਿਕ ਸਕਦਾ ਜਿੰਨਾ ਚਿਰ ਤੂੰ ਉਹਨੂੰ ਬਾਹਰ ਨਹੀਂ ਕੱਢਦਾ। ਸਤਿਗੁਰੂ ਕਹਿ ਲਗੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜਿੰਨਾ ਚਿਰ ਇੱਕ ਪਾਸੇ ਨਹੀਂ ਕੀਤੀ ਜਾ ਸਕਦੀ ਉਹਨਾਂ ਚਿਰ ਉਹ ਵਸਤੂ ਨਹੀਂ ਟਿਕੇਗੀ। ਮੈਂ ਇੱਥੇ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ। ਕਈ ਵਾਰੀ ਨਾ ਮਨੁੱਖ, ਸਧਾਰਨ ਮਨੁੱਖ 2-4 ਦਿਨ ਗੁਰੂ ਘਰ ਆਉਣ ਲੱਗ ਪਏ ਤੇ ਆਉਂਦੇ ਹੀ ਉਹ ਅਸਮਾਨ ਨੂੰ ਤਾਕੀਆਂ ਲਾਵੇਗਾ, ਬਾਬਾ ਜੀ ਕੋਈ ਮੈਨੂੰ ਗਿਆਨ ਦੀ ਗੱਲ ਦੱਸੋ, ਕੋਈ ਬ੍ਰਹਮ ਗਿਆਨ ਦੀ ਗੱਲ ਦੱਸੋ। ਤੇ ਤੁਸੀਂ ਉਹਨੂੰ ਕੀ ਸਮਝਾ ਸਕਦੇ ਜੇ? ਮੈਨੂੰ ਯਾਦ ਹੈ ਮੈਂ ਜਿਸ ਵੇਲੇ ਆਪਣੀ ਕਥਾ ਦੀ ਫੀਲਡ 'ਚ ਨਵਾਂ ਆਇਆ ਨਾ, ਇੱਕ ਮੇਰਾ ਮਿੱਤਰ ਸੀ, ਮੈਨੂੰ ਮਿਲਿਆ। ਉਹਨੂੰ ਮੇਰੇ ਭਰਾ ਨੇ ਦੱਸਿਆ ਵੀ ਇਹ ਮੁੰਡਾ ਜਿਹੜਾ ਸਾਡਾ ਇਹ ਕਥਾਵਾਚਕ ਹੈ। ਉਹਨੇ ਚਲੋ ਬੜਾ ਮੇਰਾ ਪਹਿਲੇ 2-4 ਦਿਨ ਤੇ ਬੜੀਆਂ ਫੁੱਲੀਆਂ ਫਲੀਆਂ ਪਈਆਂ, ਬੜਾ ਸਤਿਕਾਰ ਕੀਤਾ। ਮੈਨੂੰ ਆਣ ਕੇ ਕਹਿੰਦਾ ਵੀ ਕੋਈ ਬ੍ਰਹਮ ਗਿਆਨ ਦੀ ਕਿਤਾਬ। ਮੈਂ ਜੀ ਬ੍ਰਹਮ ਗਿਆਨ ਕਿਤਾਬਾਂ 'ਚੋਂ ਨਹੀਂ ਮਿਲਦਾ, ਇਹ ਕਮਾਉਣਾ ਪੈਂਦਾ ਏ, ਇਹ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਣਾ ਹੈ। ਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬ੍ਰਹਮ ਗਿਆਨ ਨਾ ਮਿਲਿਆ ਉਹਨੂੰ ਕਿਸੇ ਕਿਤਾਬ ਦੇ ਵਿੱਚੋਂ, ਦੁਨੀਆ ਦੇ ਵਿੱਚੋਂ ਕਿਤੇ ਨਹੀਂ ਮਿਲਣਾ। ਜਦੋਂ ਮੈਂ ਬਿਲਕੁਲ ਸਪਸ਼ਟ ਕਰ ਦਿੱਤਾ ਵੀ ਕਿਤਾਬਾਂ ਦੇ ਵਿੱਚ ਬ੍ਰਹਮ ਗਿਆਨ ਨਹੀਂ, ਬ੍ਰਹਮ ਗਿਆਨ ਗੁਰੂ ਦੀ ਬਾਣੀ ਹੈ, ਉਹ ਮੈਨੂੰ ਕਹਿੰਦਾ ਛੱਡ ਪਰਾਂ, ਤੈਨੂੰ ਤੇ ਕਥਾ ਹੀ ਕੋਈ ਨਹੀਂ ਆਉਂਦੀ। ਮੈਂ ਮਨ 'ਚ ਸੋਚਿਆ ਇਹੋ 2-4 ਵਹਿਮ ਪਾ ਕੇ ਤੈਨੂੰ 2-4 ਕਿਤਾਬਾਂ ਮੱਥੇ ਮਾਰ ਦਿੰਦਾ, ਸਾਰੀ ਉਮਰ ਤੂੰ ਕਿਤਾਬਾਂ 'ਚ ਮੱਥਾ ਮਾਰਦਾ ਰਹਿੰਦਾ, ਨਾਲੇ ਮੇਰੇ ਪੈਰ ਘੁੱਟਦਾ ਰਹਿਣਾ ਸੀ। ਬਾਬੇ ਨੇ ਵਾਕਈ ਗੱਲ ਬੜੀ ਵਧੀਆ ਦੱਸੀ। ਅੱਜ ਵਹਿਮ 'ਚ ਪਾਇਆ ਜਾਂਦਾ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ, ਅੱਜ ਭੜਕਾਇਆ ਜਾਂਦਾ, ਸਿੱਧਾ ਰਾਹ ਨਹੀਂ ਦੱਸਿਆ ਜਾਂਦਾ। ਜਿਵੇਂ ਕਹਿੰਦੇ ਨਾ ਕੰਨ ਫੜਨੇ, ਇੱਦਾਂ ਫੜਨੇ ਤੇ ਘੁਮਾ ਕੇ ਫੜਨੇ। ਅੱਜ ਲੋਕਾਂ ਨੂੰ ਲੁੱਟਣ ਵਾਸਤੇ ਘੁਮਾ ਕੇ ਕੰਨ ਫੜਾਏ ਜਾਂਦੇ ਨੇ। ਉਹ ਅਗਲਾ ਸੋਚਦਾ ਵੀ ਕੰਮ ਬੜਾ ਵਧੀਆ ਬਾਬਾ ਜੀ ਨੇ ਆਹ ਦੱਸਤਾ, ਪਰ ਜਿਸ ਦਿਨ ਤੁਸੀਂ ਨਤੀਜੇ ਤੇ ਪਹੁੰਚੋਗੇ ਉਸ ਦਿਨ ਪਤਾ ਲੱਗੇਗਾ ਕਿ ਜਿਹੜਾ ਸਿੱਧਾ ਰਾਹ ਆਉਂਦਾ ਸੀ ਮੈਂ ਜਾਣ ਕੇ ਉਲਝਣਾਂ ਦੇ ਵਿੱਚ ਪਿਆ ਰਿਹਾ। ਇੱਥੇ ਸਤਿਗੁਰੂ ਸਮਝਾ ਰਹੇ ਨੇ ਕਿ ਵਸਤੂ ਅੰਦਰ ਵਸਤ ਸਮਾਵੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਕਈ ਵਾਰੀ ਮਨੁੱਖ ਗੁਰੂ ਘਰ ਆਣ ਕੇ 2-4 ਦਿਨ ਆਇਆ, ਚੰਗੀਆਂ ਗੱਲਾਂ ਸੁਣੀਆਂ ਤੇ ਭਾਵਕ ਹੋ ਕੇ ਕਹਿ ਦਿੱਤਾ ਕਿ ਨਹੀਂ ਜੀ ਮੈਨੂੰ ਕੋਈ ਬ੍ਰਹਮ ਗਿਆਨ ਦੀ ਗੱਲ ਦੱਸੋ, ਮੈਨੂੰ ਰੱਬ ਦੇ ਘਰ ਦੀ ਗੱਲ ਦੱਸੋ। ਇੱਕ ਗੱਲ ਯਾਦ ਰੱਖਿਓ, ਹਰ ਕੰਮ ਸਟੈਪ ਬਾਏ ਸਟੈਪ ਚੱਲਦਾ, ਤਰੀਕੇ ਦੇ ਨਾਲ ਚੱਲਦਾ ਹੈ। ਜੇ ਤੁਹਾਡਾ ਜੀਵਨ ਤਬਦੀਲ ਨਹੀਂ, ਜੇ ਅੰਦਰ ਮਨ ਨਹੀਂ ਮੰਨਿਆ ਤੇ ਬਾਹਰੀ ਭੇਖ ਧਾਰਨ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਇਹੋ ਕਾਰਨ ਨੇ ਅੱਜ ਜਿੰਨੇ ਸਾਡੇ ਡੇਰੇ ਨੇ ਨਾ, ਸਿੱਖਾਂ ਦੀਆਂ ਜਿਹੜੀਆਂ ਸੰਪਰਦਾਵਾਂ ਨੇ, ਇਹਨਾਂ ਦੇ ਰਜਿਸਟਰ ਫੋਲ ਕੇ ਵੇਖਿਓ ਤੁਸੀਂ, ਉਹਨੇ ਸਾਡੇ ਸਿੱਖ ਨਹੀਂ ਹੋਣੇ, ਉਨੀ ਸਾਡੀ ਕੌਮ ਦੀ ਗਿਣਤੀ ਨਹੀਂ ਜਿੰਨਿਆਂ ਨੇ ਫੜ ਕੇ ਇਹਨਾਂ ਨੇ ਅੰਮ੍ਰਿਤ ਜਿੰਨਿਆਂ ਨੂੰ ਛਕਾ ਦਿੱਤਾ ਹੈ। ਉਹ ਕਿੱਥੇ ਗਏ ਅੰਮ੍ਰਿਤਧਾਰੀ? ਨਾ ਤੁਹਾਨੂੰ ਜਿੱਦਣ ਲੋੜ ਪੈਂਦੀ ਹੈ ਹਸਪਤਾਲਾਂ 'ਚ ਨਾ ਡਾਕਟਰ ਕੋਈ ਅੰਮ੍ਰਿਤਧਾਰੀ ਮਿਲਦਾ ਇਮਾਨਦਾਰ ਜਿਹੜਾ ਤੁਹਾਡਾ ਫ੍ਰੀ ਇਲਾਜ ਕਰਦੇ। ਜਿਸ ਦਿਨ ਤੁਹਾਨੂੰ ਥਾਣੇ 'ਚ ਲੋੜ ਪੈਂਦੀ ਹੈ ਨਾ ਕੋਈ ਪੁਲਿਸ ਵਾਲਾ ਮਿਲਦਾ ਜੀ, ਉਸ ਦਿਨ ਕੋਈ ਅੰਮ੍ਰਿਤਧਾਰੀ ਗੁਰੂ ਦਾ ਪਿਆਰਾ ਜਿਹੜਾ ਰਿਸ਼ਵਤ ਤੋਂ ਬਿਨਾਂ ਕੰਮ ਕਰਦੇ, ਨਾ ਕੋਈ ਤੁਹਾਨੂੰ ਵਕੀਲ ਮਿਲਦਾ ਹੈ। ਇਹੋ ਜ਼ਿਆਦਾ ਜਾਣੇ ਸਾਨੂੰ ਲੁੱਟਦੇ ਨੇ ਨਾ। ਇਹ ਕਿੱਥੇ ਚਲ ਗਏ ਫਿਰ ਅੰਮ੍ਰਿਤਧਾਰੀ? ਇਹਦਾ ਭਾਵ ਬਾਹਰੀ ਭੇਖ ਹੀ ਇਕੱਠਾ ਕਰਦੇ ਰਹਿ ਗਏ, ਅੰਦਰ ਤੇ ਰੂਹਾਨੀਅਤ ਗੱਲ ਹੀ ਕੋਈ ਨਾ ਆਈ। ਮੈਨੂੰ ਇੱਕ ਘਟਨਾ ਯਾਦ ਆ ਗਈ ਕਹਿ ਕੇ ਮੈਂ ਅੱਗੇ ਚੱਲਾਂ। ਇੱਕ ਫਕੀਰ ਉਹ ਦਰ ਤੋਂ ਟੁੱਕੜ 2 ਟੁੱਕੜ ਮੰਗ ਕੇ ਖਾ ਕੇ ਆਪਣੇ ਪੇਟ ਦਾ ਗੁਜ਼ਾਰਾ ਕਰਦਾ ਹੈ। ਹੁਣ ਜਿਨ੍ਹਾਂ ਘਰਾਂ ਦੇ ਬੂਹਿਆਂ ਦੇ ਅੱਗੇ ਜਾਂਦਾ ਹੈ, ਲੋਕਾਂ ਨੂੰ ਪਤਾ ਹੈ ਫਕੀਰ ਹੈ, ਰੱਬ ਦਾ ਲੋਕ ਹੈ। ਇੱਕ ਘਰ ਦੇ ਬੂਹੇ ਦੇ ਉੱਤੇ ਇਸ ਫਕੀਰ ਨੇ ਜਿਹੜੀ ਹੈ ਦਸਤਕ ਦਿੱਤੀ, ਘਰ ਦੀ ਸਵਾਣੀ ਬਾਹਰ ਨਿਕਲੀ। ਉਹਨੇ ਥੋੜ੍ਹਾ ਬਹੁਤਾ ਜਿਹੜਾ ਸੀ ਫਕੀਰ ਦੇ ਠੂਠੇ ਦੇ ਵਿੱਚ ਕੁਝ ਖਾਣ ਨੂੰ ਪਾ ਦਿੱਤਾ ਤੇ ਫਕੀਰ ਨੂੰ ਕਹਿਣ ਲੱਗੀ, ਸਾਈਂ ਜੀ, ਫਕੀਰ ਜੀ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ, ਕੋਈ ਗਿਆਨ ਦੀ ਗੱਲ ਦੱਸ ਜੋ। ਫਕੀਰ ਕਹਿਣ ਲੱਗਾ, ਬੀਬਾ ਕੋਈ ਗੱਲ ਨਹੀਂ, ਦੱਸ ਦਾਂਗੇ, ਕੱਲ੍ਹ ਆ ਜਿਓ, ਕੱਲ੍ਹ ਮੈਂ ਆਵਾਂਗਾ ਉਦੋਂ ਦੱਸ ਦਾਂਗਾ। ਹੁਣ ਉਹ ਬੀਬੀ ਬੜੀ ਜਿਹੜੀ ਹੈ ਉਹ ਖੁਸ਼ ਹੋ ਗਈ ਵੀ ਮੈਨੂੰ ਗਿਆਨ ਦੀ ਗੱਲ, ਰੱਬ ਦੇ ਘਰ ਦੀ ਗੱਲ ਮਿਲ ਜੇਗੀ।
ਅਸੀਂ ਸਾਰਾ ਕੁਝ ਬਣਿਆ ਬਣਾਇਆ ਮੰਗਦੇ ਨਾ ਅੱਜकल ਵੀ ਸਾਨੂੰ ਪੱਕਿਆ ਪਕਾਇਆ ਮਿਲ ਜਾਵੇ। ਉਹ ਬੀਬੀ ਬੜੀ ਖੁਸ਼ ਕਹਿਣ ਲੱਗੀ ਫਕੀਰ ਜੀ ਇੱਦਾਂ ਕਰਿਓ ਤੁਹਾਡੇ ਖਾਣ ਵਾਸਤੇ ਨਾ ਕੱਲ ਮੈਂ ਖੀਰ ਦਾ ਪ੍ਰਬੰਧ ਕਰ ਦਾਂਗੀ, ਕਿਤੇ ਹੋਰ ਮੰਗਣ ਨਾ ਜਾਇਓ, ਸਿੱਧਾ ਮੇਰੇ ਘਰ ਆਇਓ, ਇੱਥੇ ਤੁਹਾਡੇ ਪੇਟ ਦੀ ਪੂਰਤੀ ਹੋ ਜਾਏਗੀ ਤੇ ਤੁਸੀਂ ਮੈਨੂੰ ਕੋਈ ਰੱਬ ਦੇ ਘਰ ਦਾ ਗਿਆਨ ਦੇ ਜਿਓ। ਫਕੀਰ ਆਇਆ, ਅਗਲੇ ਦਿਨ ਉਹਨੇ ਜੀ ਇੱਕ ਬਰਤਨ ਲਿਆਂਦਾ, ਉਹਦੇ ਵਿੱਚ ਮਲੀਨਤਾ, ਉਹਦੇ ਵਿੱਚ ਗੰਦ ਪਿਆ ਹੋਇਆ ਹੈ। ਜਿਸ ਵੇਲੇ ਉਹ ਫਕੀਰ ਨੇ ਬੂਹੇ ਦੇ ਉੱਤੇ ਆਣ ਕੇ ਦਰਵਾਜ਼ਾ ਖੜਕਾਇਆ, ਬੀਬੀ ਬਾਹਰ ਨਿਕਲੀ, ਉਹ ਅੰਦਰੋਂ ਬੜੇ ਚਾਅ ਦੇ ਨਾਲ ਗਰਮ ਗਰਮ ਖੀਰ ਲੈ ਕੇ ਆਈ, ਬੜੀ ਸਵਾਦ ਬਣਾਈ ਉਹਨੇ। ਲੈ ਕੇ ਆਈ, ਫਕੀਰ ਆਇਆ ਤੇ ਕਹਿਣ ਲੱਗਾ ਲਿਆ ਬੀਬਾ ਤੂੰ ਖੀਰ ਲੈ ਕੇ ਆਈ ਹੈ। ਕਹਿਣ ਲੱਗੀ ਫਕੀਰ ਜੀ ਭਾਂਡਾ ਅੱਗੇ ਕਰੋ। ਉਹਨੇ ਆਪਣੀ ਕੰਬਲੀ ਦੇ ਵਿੱਚ ਲੁਕਾਇਆ ਸੀ, ਕੰਬਲੀ ਦੇ ਵਿੱਚੋਂ ਭਾਂਡਾ ਬਾਹਰ ਕੱਢਿਆ। ਜਿਸ ਵੇਲੇ ਬੀਬੀ ਨੇ ਭਾਂਡਾ ਵੇਖਿਆ, ਉਹਨੇ ਨਾਲੇ ਤੇ ਉੱਥੋਂ ਬਦਬੂ ਆਈ, ਮੂੰਹ ਪਛਾਣੂ ਕੀਤਾ, ਕਹਿਣ ਲੱਗੀ ਫਕੀਰ ਜੀ ਇਹਦੇ 'ਚ ਤੇ ਗੰਦਗੀ ਪਈ ਹੋਈ ਹੈ, ਤੁਹਾਡਾ ਭਾਂਡਾ ਗੰਦਾ ਹੈ, ਇਹਦੇ ਵਿੱਚ ਅੰਮ੍ਰਿਤ ਵਰਗੀ ਖੀਰ ਨਹੀਂ ਪੈ ਸਕਦੀ, ਜੇ ਖੀਰ ਪਾਵਾਂਗੀ ਤਾਂ ਖੀਰ ਖਰਾਬ ਹੋ ਜਾਏਗੀ। ਫਕੀਰ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗਾ ਬੀਬਾ ਆ ਤੇਰੀ ਜਿਹੜੀ ਹੈ 2 ਟਕਿਆਂ ਦੀ ਖੀਰ ਇੱਕ ਇਸ ਭਾਂਡੇ ਦੇ ਵਿੱਚ ਨਹੀਂ ਪੈ ਸਕਦੀ, ਭਾਂਡਾ ਗੰਦਾ, ਇਹਨੂੰ ਧੋਣਾ ਪਵੇਗਾ, ਗੰਦ ਬਾਹਰ ਕੱਢਣਾ ਪਵੇਗਾ। ਮੈਨੂੰ ਦੱਸ ਤੇਰੇ ਗੰਦੇ ਹਿਰਦੇ ਦੇ ਵਿੱਚ ਜਿੱਥੇ ਅਜੇ ਵਿਕਾਰ ਨੇ, ਜਿੱਥੇ ਝੂਠ ਈਰਖਾ ਫਰੇਬ, ਉੱਥੇ ਪ੍ਰਮਾਤਮਾ ਦਾ ਨਾਮ ਕਿੱਥੋਂ ਪੈ ਜਾਵੇਗਾ। ਜਿੰਨਾ ਚਿਰ ਤੂੰ ਭਾਂਡਾ ਸਾਫ਼ ਨਹੀਂ ਕਰਦੇ, ਅਸੀਂ ਘਰਾਂ 'ਚ ਦੇਖਦੇ ਆ ਨਾ, ਚਲੋ ਦੁੱਧ ਹੁਣ ਸ਼ਹਿਰੀ ਸਾਰੇ ਲੈਂਦੇ ਮੁੱਲ, ਆਪਾਂ ਦੁੱਧ ਲੈਂਦੇ ਆ, ਤੇ ਜਿੰਨਾ ਚਿਰ ਗੁਰਮੁਖੋ ਤੁਸੀਂ ਸਬਜ਼ੀ ਵਾਲੇ ਭਾਂਡੇ 'ਚ ਦੁੱਧ ਪਵਾਉਂਦੇ ਜੇ ਕਦੀ ਸਵੇਰੇ, ਭਾਂਡੇ ਨੂੰ ਧੋਇਆ ਜਾਂਦਾ ਹੈ ਤੇ ਦੁੱਧ ਵਾਲੇ ਭਾਂਡੇ ਨੂੰ ਖਾਸ ਕਰਕੇ ਚੰਗੀ ਤਰ੍ਹਾਂ ਧੋਇਆ ਜਾਂਦਾ, ਕਿਤੇ ਮਾੜੀ ਮੋਟੀ ਖਟਾਸ ਨਾ ਰਹਿ ਜੇ, ਦੁੱਧ ਦਾ ਸਤਿਆਨਾਸ਼ ਨਾ ਹੋ ਜੇ। ਜੇ ਦੁੱਧ ਜਿਹੜਾ ਸਬਜ਼ੀ ਵਾਲੇ ਜਾਂ ਖਟਾਸ ਵਾਲੇ ਭਾਂਡੇ 'ਚ ਨਹੀਂ ਟਿਕਦਾ, ਪਰਮਾਤਮਾ ਦਾ ਨਾਮ ਜਿਹੜਾ ਉਹ ਵਿਕਾਰੀ ਹਿਰਦੇ ਦੇ ਵਿੱਚੋਂ ਕਿੱਥੋਂ ਟਿਕੇਗਾ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਕਹਿਣ ਲੱਗੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਇਹਦੇ ਅਰਥ ਮੈਂ ਪਿਛਲੇ ਦਿਨ ਕੀਤੇ ਸਨ। ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰਕ ਹੈ, ਇਤੇ ਰਸ ਸਰੀਰਕ। ਆਹ ਕੁਝ ਤੇ ਸਰੀਰ 'ਚ ਪਾਇਆ ਹੈ। ਸੁਰਤ ਤੇਰੀ ਸੋਨੇ ਦੇ ਵਿੱਚ ਹੈ, ਸੁਰਤ ਤੇਰੀ ਚਾਂਦੀ ਦੇ ਵਿੱਚ ਹੈ, ਸੁਰਤ ਤੇਰੀ ਪਰਿਵਾਰ ਦੇ ਵਿੱਚ ਹੈ, ਸੁਰਤ ਤੇਰੀ ਘੋੜਿਆਂ ਦੇ ਵਿੱਚ ਹੈ, ਸੁਰਤ ਤੇਰੀ ਮਹਿੰਗੀ ਜ਼ਿੰਦਗੀ ਦੇ ਵਿੱਚ ਹੈ, ਸੁਰਤ ਮਿੱਠਾ ਖਾਣ ਦੇ ਵਿੱਚ ਫਸੀ ਹੈ, ਸੁਰਤ ਮਾਸ ਖਾਣ ਦੇ ਵਿੱਚ ਫਸੀ ਹੈ। ਇੰਨਾ ਕੁਝ ਤੂੰ ਕੂੜ ਕਬਾੜ ਇਕੱਠਾ ਕਰੀ ਫਿਰਦਾ। ਸਤਿਗੁਰੂ ਕਹਿ ਲਗੇ ਕਹਿ ਘੱਟ ਨਾਮ ਨਿਵਾਸ, ਮੈਨੂੰ ਦੱਸ ਮੈਂ ਨਾਮ ਕਿੱਥੇ ਟਿਕਾਵਾਂ। ਖਾਲੀ ਕਰ ਇਸ ਚੀਜ਼ ਨੂੰ, ਇਹ ਚੀਜ਼ ਹਿਰਦਾ ਖਾਲੀ ਹੋਵੇਗਾ, ਪ੍ਰਮਾਤਮਾ ਦਾ ਨਾਮ ਟਿਕਣਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵਾਓ, ਤਉ ਦੂਧਿਆ ਕਹੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਕਹਿੰਦੇ ਇਹ ਤਾਂ ਜੰਮਣਾ ਹੈ ਜੇ ਆਪਣੇ ਇਸ ਹਿਰਦੇ ਭਾਂਡੇ ਨੂੰ ਤੂੰ ਸਾਫ਼ ਕਰੇਗਾ, ਇਹਨੂੰ ਸਾਫ਼ ਕਰਕੇ ਇਹਦੇ ਵਿੱਚ ਪ੍ਰਮਾਤਮਾ ਦਾ ਨਾਮ ਪਵਾਵੀਂ। ਪਰ ਮੈਨੂੰ ਮਾफ़ ਕਰਨਾ, ਸਾਡੇ ਹਿਰਦੇ ਤੇ ਵਿਕਾਰਾਂ ਦੇ ਨਾਲ ਭਰੇ ਨੇ, ਸਾਡੇ ਹਿਰਦੇ ਤੇ ਮਾਇਆ ਦੇ ਨਾਲ ਭਰੇ ਪਏ ਨੇ। ਅਸੀਂ ਤੇ ਕਮਾਲ ਦੀ ਗੱਲ ਹੈ ਜੀ, ਇਹ ਗੁਰੂ ਘਰ ਆਉਨੇ ਇੱਥੇ ਵੀ ਮਾਇਆ ਮੰਗਣ ਆਉਂਦੇ ਆ। ਉਹ 2 ਚੀਜ਼ਾਂ ਨਹੀਂ ਨਾ ਪੈ ਸਕਦੀਆਂ। ਹੁਣ ਇੱਕ ਪਾਸੇ ਤੁਸੀਂ ਚਟਨੀ ਪਾ ਦਿਓ, ਇੱਕ ਪਾਸੇ ਦੁੱਧ ਪਾ ਦਿਓ, ਉਹ ਨਾ ਚਟਨੀ ਦਾ ਸਵਾਦ ਆਉਣਾ ਤੇ ਨਾ ਤੁਹਾਨੂੰ ਦੁੱਧ ਦਾ ਸਵਾਦ ਆਉਣਾ ਹੈ। ਉਹ ਦੋਵੇਂ ਚੀਜ਼ਾਂ ਖਰਾਬ ਨੇ। ਤੁਸੀਂ ਮਾਇਆ ਵੀ ਮੰਗੀ ਜਾਂਦੇ ਜੇ, ਤੇ ਮਾਇਆ ਮੰਗਦੇ ਆਣ ਕੇ ਗੁਰੂ ਸਾਹਿਬ ਦੇ ਕੋਲ ਸਾਰੀ ਉਮਰ ਲੰਘ ਗਈ, ਅਜੇ ਤੱਕ ਮਾਇਆ ਮੰਗਦੇ, ਨਾ ਮਾਇਆ ਦੀ ਪੂਰਤੀ ਹੋਈ, ਨਾ ਤੁਸੀਂ ਰੱਬ ਵਾਲੇ ਪਾਸੇ ਤੁਰੇ। ਲਿਮਟ ਹੋਣੀ ਚਾਹੀਦੀ ਹੈ ਸਾਡੀ। ਜਵਾਨ ਹੈ, ਉਹਦੀ ਮੰਗ ਹੋ ਸਕਦੀ ਹੈ ਕਿ ਮੈਂ ਆਪਣੀ ਲਾਈਫ ਨੂੰ ਸੈੱਟ ਕਰਾਂ। ਥੋੜ੍ਹਾ ਜਿਹਾ ਉਮਰ ਅਧਖੜ ਹੋਈ ਤੇ ਮੰਗ ਹੋ ਸਕਦੀ ਹੈ ਮੇਰੀ ਧੀ ਮੇਰਾ ਪੁੱਤ ਸੈਟਲ ਹੋ ਜੇ। ਪਰ ਧੀ ਵੀ ਸੈੱਟ ਹੋ ਗਈ, ਪੁੱਤ ਵੀ ਸੈੱਟ ਹੋ ਗਿਆ, ਦੋਤੇ ਦੋਤੀਆਂ ਹੋ ਗਏ, ਪੋਤਰ ਪੋਤਰੇ ਹੋ ਗਏ। ਹੁਣ ਕਹਿੰਦਾ ਕਿ ਮੈਂ ਪੋਤਰੇ ਦਾ ਵਿਆਹ ਵੇਖ ਜਾਵਾਂ, ਕਿ ਕਿੱਥੇ ਕੁ ਜਾ ਕੇ ਮੁੱਕੂਗਾ ਕੰਮ। ਇੱਕ ਚੀਜ਼ ਦੀ ਡਿਮਾਂਡ ਮੁੱਕੇਗੀ ਤੇ ਦੂਸਰੇ ਵੱਲ ਤੁਰੋਗੇ ਨਾ। ਕਿਤੇ ਤੇ ਆਣ ਕੇ ਰੁਕ ਕੇ ਅਸੀਂ ਕਹੀਏ ਨਾ ਕਿ ਪ੍ਰਭੂ ਜੀਓ ਕਿਤੇ ਤੁਹਾਡਾ ਨਾਮ ਆਣ ਕੇ ਮੇਰੇ ਹਿਰਦੇ ਦੇ ਵਿੱਚ ਟਿਕ ਜਾਵੇ। ਬੱਚੇ ਦੀ ਮੰਗ ਹੋ ਸਕਦੀ ਹੈ, ਉਹਨੂੰ ਸਾਰੀ ਜ਼ਿੰਦਗੀ ਪਈ ਹੈ। ਜਵਾਨ ਦੀ ਮੰਗ ਹੋ ਸਕਦੀ, ਉਹਦੀ ਜ਼ਿੰਦਗੀ ਦੀ ਲੋੜ ਹੈ। ਇੱਕ ਬਜ਼ੁਰਗ ਜਿਹਦਾ ਵਾਸਤਾ 2 ਰੋਟੀਆਂ ਦੇ ਨਾਲ ਹੈ, ਉਹ ਵੀ ਹੁਣ ਪੋਤਰਿਆਂ ਦੇ ਵਿਆਹ ਵੇਖਣ ਨੂੰ ਫਿਰਦਾ ਕਿ ਐਤਕੀ ਪੋਤਰਿਆਂ ਦਾ ਵਿਆਹ ਵੇਖ ਜਾਵਾਂ, ਸਿਆਲ ਕੱਢ ਹੀ ਜਾਵਾਂ ਤੇ ਚੰਗਾ ਹੈ। ਉਹ ਵੀ ਇਸੇ ਚੀਜ਼ਾਂ ਤੇ ਆਸਾਂ ਲਾਈ ਫਿਰਦਾ ਹੈ। ਯਾਦ ਰੱਖਿਓ, ਇਹ ਕਿੱਥੇ ਕੁ ਜਾ ਕੇ ਅਸੀਂ ਗੁਰਮੁਖੋਂ ਰੁਕਾਂਗੇ। ਸਤਿਗੁਰੂ ਕਹਿਣਗੇ ਵਸਤੂ ਅੰਦਰ ਵਸਤ ਸਮਾਵੇ। ਪਹਿਲੇ ਹਿਰਦੇ 'ਚੋਂ ਆਹ ਚੀਜ਼ਾਂ ਬਾਹਰ ਕੱਢਦੇ, ਸੰਸਾਰ ਦਾ ਮੋਹ ਬਾਹਰ ਕੱਢਦੇ, ਰੌ ਰੀਤਾਂ ਬਾਹਰ ਕੱਢਦੇ, ਸੰਸਾਰ ਦੇ ਨਾਲ ਪ੍ਰੀਤੀ ਲਾਈ ਹੋਈ ਇਹਨੂੰ ਬਾਹਰ ਕੱਢ, ਫਿਰ ਪਰਮਾਤਮਾ ਦਾ ਆਣ ਕੇ ਨਾਮ ਅੰਦਰ ਟਿਕੇਗਾ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਕਹਿੰਦੇ ਦੂਸਰੀ ਨੂੰ ਇੱਕ ਪਾਸੇ ਕਰੇਗਾ, ਬਾਹਰ ਕੱਢੇਗਾ, ਤਾਂ ਇੱਕ ਵਸਤੂ ਜਿਹੜੀ ਹਿਰਦੇ ਦੇ ਵਿੱਚ ਜਾਂ ਭਾਂਡੇ ਦੇ ਵਿੱਚ ਸਮਾ ਸਕਦੀ ਹੈ। ਅੱਗੇ ਸਤਿਗੁਰੂ ਕਹਿ ਲਗੇ ਸਾਹਿਬ ਸੇਤੀ ਹੁਕਮ ਨਾ ਚੱਲੇ। ਮੈਂ 2 ਮਿੰਟ ਲਾ ਕੇ ਇਹਨਾਂ ਸ਼ਲੋਕ ਪੂਰਾ ਕਰ ਦੇਵਾਂ, ਕਿਉਂਕਿ ਕੱਲ੍ਹ ਨੂੰ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਮੇਰੇ ਮਨ 'ਚ ਆਪਾਂ ਉਹਨਾਂ ਦੀ ਸ਼ਹਾਦਤ ਵਾਚਾਂਗੇ।
ਇਹ ਲੜੀਵਾਰ ਵਿਚਾਰ ਆਪਾਂ ਪਰਸੋਂ ਕਰ ਲਾਂਗੇ। ਤੇ ਇੱਥੇ ਸਤਿਗੁਰੂ ਕਹਿ ਲਗੇ ਸਾਹਿਬ ਸੇਤੀ ਹੁਕਮ ਨਾ ਚੱਲੇ। ਹੁਣ ਅੰਦਰ ਦੀ ਵਸਤ ਜਿਹੜੀ ਹੈ ਨਾਮ ਦੀ ਕਿਵੇਂ ਟਿਕਾਉਣੀ, ਇਹ ਧੱਕੇ ਨਾਲ ਤੇ ਹੋਣੀ ਨਹੀਂ, ਦੁਨਿਆਵੀ ਤੌਰ ਤੇ ਹੋ ਸਕਦਾ ਹੈ। ਅਸੀਂ 2 ਮਹੀਨੇ ਪਹਿਲਾਂ ਕਣਕ ਪਾਈ ਨਾ ਸਾਰਿਆਂ ਨੇ ਘਰਾਂ ਦੇ ਵਿੱਚ। ਜਿਹੜੇ ਲੋਕ ਕਣਕ ਪਾਉਂਦੇ ਨੇ ਘਰ ਵਾਲੇ ਨੇ, ਕਈ ਵਾਰੀ ਆਪ ਭਾਂਡਾ ਸਾਫ਼ ਨਹੀਂ ਕਰਦੇ, ਡਰਮ ਨਹੀਂ, ਅਸੀਂ ਨੌਕਰ ਲਾ ਦਿੰਦੇ ਹਾਂ। ਨੌਕਰ ਨੂੰ ਆਰਡਰ ਦੇ ਦਿੱਤਾ, ਹੁਕਮ ਮਾਰ ਦਿੱਤਾ ਕਿ ਸ਼ਾਮਾਂ ਤੱਕ ਇਹਨੂੰ ਜਿਹੜਾ ਡਰਮ ਨੂੰ ਸਾਫ਼ ਸੂਥ ਕਰਕੇ ਕੱਪੜਾ ਮਾਰ ਕੇ ਸੁਕਾ ਕੇ ਰੱਖ ਦੀ, ਧੁੱਪ ਲਵਾ ਕੇ ਸਵੇਰੇ ਕਣਕ ਪਾਉਣੀ ਹੈ। ਯਾਦ ਰੱਖਿਓ ਨੌਕਰ ਦੇ ਕਹਿਣ ਦੇ ਨਾਲ ਦੁਨਿਆਵੀ ਭਾਂਡਾ ਖਾਲੀ ਹੋ ਜਾਏਗਾ, ਪਰ ਪ੍ਰਮਾਤਮਾ ਦੇ ਅੱਗੇ ਹੁਕਮ ਨਹੀਂ ਚੱਲਣਾ ਕਿ ਮੇਰਾ ਹਿਰਦਾ ਸਾਫ਼ ਕਰ ਦੇ ਤੇ ਮੈਂ ਨਾਮ ਟਿਕਾਉਣਾ। परमात्मा के अगे अरदास चलनी है। साहिब सेती हुक्म ना चले। सतगुरु कहते परमात्मा के अगे हुक्म नहीं, उहदे अगे जोदड़ी करया कर, उहदे अगे बेनती करया कर, कही बने अरदास उहदे अगे अरदास कर कि विसर नाही दातार, अपना नाम देहो गुण गावां दिन रात नानक चाहो। इहो परमात्मा दे कोलों जो भी लेना है वो अरदास दे विच लेना है। तो याद रखियो अरदास इन्नी क भावना दे नाल निमरता दे नाल करो, और जो तुहाडी निमरता ते जिहड़ी है वो झलकदी होवे, उहदे चों किते हंकार दे बोल ना झलकदे होण। गल कहण दा भी तरीका है। असीं जदों माँ बाप को मंगदे आ जां तुसीं किते नौकरी लैण जांदे ना प्राइवेट, चलो सरकारी दे ते इम्तिहान कई वारी नहीं अफसर, उत्थे बंदा बड़ा इन्ना क गरीब जिहा बन के जांदा कि शायद इस तों माड़ा है ही कोई नहीं। असीं तरले मारी नहीं जी मैं ते मर गया, वो भावें आया बाहरों 25 लाख वाली गड्डी ते होवे, इन्ने क तरले मारदे आ। बस जो गुरु दे कोल आउणा निमरता दे नाल जिहड़ी आ भावना दे नाल आण के अपने गुनाहां नूं कबूल करके मंगी, गुरु जरूर तेरी झोली भरेगा। सतगुरु कहंदे ओहदे कर हुक्म नहीं, ये साहिब सेती हुक्म ना चलै कही बने अरदास। अखीर ते कह लगे कूड़ कमाना कूड़ो होवे। कहंदे जे सारी उम्र झूठ कमाउंदा रहा, सारी उम्र पाप कमाउंदा रहा, पाप कमाउंदा कमाउंदा पापी बन जावेगा, झूठ कमाउंदा कमाउंदा झूठा बन जावेगा। नानक सिफत विगास जे परमात्मा की सिफत सलौता करता रहा तो अंदर खेड़े दे विच आ जाएगा, अंदर नाम की महक, अंदर परमेश्वर का सिमरन टिक जाएगा। कूड़ कमाना है कूड़ो होवे, जिहो जिहा कमावेगा उहो जिहा जीवन बन जाना है। जिवें आपां आरंभ च ही कहा सी जो जी होए सो उगवै। जे किक्कर का बीज पाया कंडे निकलणगे। याद रखी दाखां का बीज पाया दाखां निकल गईयां। जे कूड़ कमाया कूड़ हो जाएगा। कूड़ कमाने कूड़ो होवे। नानक सिफत विगास जे परमात्मा की सिफत सलौता की, सिमरन बंदगी किया तो अंदर जड़ा सिमरन अंदर खेड़ा आ जाएगा। सो ये सी पावन शब्द की विचार। इन्नियां बेनतियां प्रवान करनियां होईयां भुलां गलतियां दी खिमा। आओ पावन पंक्तियां का जाप सरवण करके समाप्ति करिए। साहिब सेती हुक्म ना चलै कही बने अरदास, कूड़ कमाणे कूड़ो होवे, नानक सिफत विगास। वाहिगुरु जी का खालसा वाहिगुरु जी